किसान दोस्तों, ਜਦੋਂ ਵੀ ਅਸੀਂ ਸੰਘਣੀ ਖੇਤੀ ਦੀ ਗੱਲ ਕਰਦੇ ਹਾਂ, ਕੈਮੀਕਲ ਵਾਲੀ ਖੇਤੀ ਦੀ ਗੱਲ ਕਰਦੇ ਹਾਂ, ਪਰ ਅੱਜ ਇੱਕ ਭਖਦਾ ਮਸਲਾ ਆ ਨਾਲ ਉਹ ਵੀ ਆਉਂਦਾ ਹੈ ਕਿ ਜੈਵਿਕ ਖੇਤੀ ਔਰ ਕੁਦਰਤੀ ਖੇਤੀ। ਮੌਕੇ ਤੇ ਇਸ ਦੇ ਬਾਰੇ ਬਹੁਤ ਸਾਰੀਆਂ ਰਾਏ ਸਿਫਾਰਿਸ਼ਾਂ ਵੀ ਆਉਂਦੀਆਂ ਨੇ, ਪਰ ਕਦੀ-ਕਦੀ ਇਹ ਵੀ ਲੱਗਦਾ ਹੈ ਕਿ ਸ਼ਾਇਦ ਇਹਦੇ ਨਾਲ ਸਾਡੀ ਜਿਹੜੀ ਤੱਤਾਂ ਦੀ ਪੂਰਤੀ ਉਹ ਨਾ ਹੋਵੇ। ਇਸੇ ਤਰ੍ਹਾਂ ਦਾ ਇੱਕ ਵਿਸ਼ਾ ਲੈ ਕੇ ਪਹੁੰਚੇ ਹਾਂ ICAR ਅਟਾਰੀ ਦੇ ਜੈਵਿਕ ਖੇਤੀ ਲਈ ਉਪਰਾਲੇ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ICAR ਦੇ ਅਟਾਰੀ ਸੈਂਟਰ, ਜੋ ਕਿ ਲੁਧਿਆਣਾ ਵਿਖੇ ਸਥਿਤ ਹੈ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਰਾਜੇਸ਼ ਰਾਣਾ ਜੀ, ਜੋ ਕਿ ਪ੍ਰਿੰਸੀਪਲ ਸਾਇੰਟਿਸਟ ਨੇ ਔਰ ICAR ਦੇ ਅਟਾਰੀ ਸੈਂਟਰ ਵਿਖੇ ਸੇਵਾ ਨਿਭਾ ਰਹੇ ਨੇ। किसान दोस्तों, ICAR सेंटर का जो मैंडेट है, जो कि भारत सरकार का अदारा है, कि खेतीबाड़ी नाल संबंधित जो टैक्नोलॉजी है उसनू जो जिला पद्धर ते KVK ने उन्हां राही टेस्टिंग करना, रिफाइनमेंट करना और रिफाइनमेंट तो बाद डिमोनस्ट्रेशन तो बाद किसानां तक जिहड़ा पहुँचाना। इस तो इलावा जो भारत सरकार दीयां खेतीबाड़ी नाल संबंधित पॉलिसीज़ ने जां स्टेट गवर्नमेंट दीयां खेतीबाड़ी नाल संबंधित पॉलिसीज़ ने ਉਹਨਾਂ ਨੂੰ ਪ੍ਰਮੋਟ ਕਰਨਾ। ਹੋਰ ICAR ਨੈਚੁਰਲ ਫਾਰਮਿੰਗ ਨੂੰ ਪ੍ਰਮੋਟ ਕਰਨ ਲਈ ਕੀ ਕਰ ਰਿਹਾ, ਮੁਸ਼ਕਲਾਂ ਕੀ ਆ ਰਹੀਆਂ ਨੇ, ਕਿਸਾਨੀ ਪੱਧਰ ਤੇ ਕਿੰਨੀ ਕੁ ਪਪੂਲਰ ਹੋ ਰਹੀ ਹੈ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਸਾਡੇ ਨਾਲ ਬੈਠੇ ਨੇ, ਡਾਕਟਰ ਰਾਜੇਸ਼ ਰਾਣਾ ਜੀ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਅੱਜ ਸਮਾਂ ਆ ਕਿ ਸੰਘਣੀ ਖੇਤੀ ਹੋ ਰਹੀ ਆ, ਅਸੀਂ 4 ਫਸਲਾਂ ਲੈ ਰਹੇ ਹਾਂ ਜੀ, ਤੇ ਸਾਡੀ ਜਨਸੰਖਿਆ ਵੀ ਵੱਧ ਰਹੀ ਆ, ਅਰਬਨਾਈਜੇਸ਼ਨ ਵੀ ਹੋ ਰਹੀ ਆ। ਜੇ ਆਪਾਂ ਗੱਲ ਕਰੀਏ ਕਿ ਜਿਹੜਾ ਜਲਵਾਯੂ ਪਰਿਵਰਤਨ ਹੈ ਉਹ ਵੀ ਬਹੁਤ ਤੇਜ਼ੀ ਨਾਲ ਹੋ ਰਿਹਾ ਜੀ। ਤੁਸੀਂ ICAR ਦੇ ਰਾਹੀਂ ਜਿਹੜੀ ਆ ਨੈਚੁਰਲ ਫਾਰਮਿੰਗ ਆ ਉਹਨੂੰ ਪ੍ਰਮੋਟ ਕਰ ਰਹੇ ਹੋ। ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਇਹ ਜਿਹੜੀ ਨੈਚੁਰਲ ਫਾਰਮਿੰਗ ਆ ਇਹ ਹੈ ਕੀ ਹੈ? ਨੈਚੁਰਲ ਫਾਰਮਿੰਗ ਜਿਹੜਾ ਹੈ ਅੱਜ ਦੇ ਦਿਨ 'ਚ ਇੱਕ ਇੱਦਾਂ ਦਾ ਕਨਸੈਪਟ ਹੈ ਜਾਂ ਵਿਸ਼ਾ ਹੈ ਜਿਹਨੂੰ ਕਿ ਜਾਂ ਤਾਂ ਪੂਰੇ ਤਰੀਕੇ ਨਾਲ ਸਮਝਿਆ ਹੀ ਨਹੀਂ ਗਿਆ ਜਾਂ ਫਿਰ ਗਲਤ ਤਰੀਕੇ ਨਾਲ ਸਮਝਿਆ ਗਿਆ। ਸ਼ੁਰੂ 'ਚ ਜਦੋਂ ਨੈਚੁਰਲ ਫਾਰਮਿੰਗ ਦੇ ਬਾਰੇ 'ਚ ਅਸੀਂ ਵੀ ਥੋੜ੍ਹਾ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ, ਸਾਡੇ ਦਿਮਾਗ 'ਚ ਵੀ ਬੜੇ ਕੁਐਸਚਨ ਸੀਗੇ, ਬੜੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸ਼ੱਕ ਸੀਗੇ ਕਿ ਕਿੱਦਾਂ ਕੰਮ ਕਰੇਗੀ। ਅਤੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਅਸੀਂ ਨੈਚੁਰਲ ਫਾਰਮਿੰਗ ਨੂੰ ਅਸੀਂ ਇਸ ਨਜ਼ਰੀਏ ਨਾਲ ਦੇਖਦੇ ਰਹੇ ਹਾਂ ਜਿੱਦਾਂ ਅਸੀਂ ਕੈਮੀਕਲ ਫਾਰਮਿੰਗ ਨੂੰ ਦੇਖਦੇ ਰਹੇ ਹਾਂ। ਕਿਉਂਕਿ ਪਿਛਲੇ 60 ਸਾਲਾਂ 'ਚ ਜਿੰਨੀ ਵੀ ਸਾਡੀ ਪੜ੍ਹਾਈ ਲਿਖਾਈ ਹੋਈ ਹੈ, ਜੋ ਕੁਛ ਹੋਇਆ ਸਾਰੇ ਦਾ ਸਾਰਾ ਵੈਸਟਰਨ ਸਟਾਈਲ ਜਾਂ ਪੱਛਮੀ ਦੇਸ਼ਾਂ ਦਾ ਜਿਹੜਾ ਨੌਲੇਜ ਸੀਗਾ ਉਹਦੇ ਬੇਸਿਸ 'ਤੇ ਹੋਇਆ। ਅਤੇ ਨੈਚੁਰਲ ਫਾਰਮਿੰਗ ਸਾਡਾ ਆਪਣਾ ਇੱਕ ਤਰੀਕਾ ਸੀਗਾ ਖੇਤੀ ਕਰਨ ਦਾ, ਜਿਹਨੂੰ ਅਸੀਂ ਪਰੰਪਰਾਗਤ ਤਰੀਕਾ ਕਹਿ ਸਕਦੇ ਹਾਂ। ਅਤੇ ਇਹਦੇ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਸੀਗੇ ਕੰਮ ਕਰਨ ਦੇ। ਜਿੱਦਾਂ ਬਾਬਾ ਨਾਨਕ ਜੀ ਨੇ ਕਰਤਾਰਪੁਰ ਖੇਤੀ ਦਿੱਤੀ ਹੈ, ਉਹ ਵੀ ਇੱਕ ਨੈਚੁਰਲ ਫਾਰਮਿੰਗ ਦਾ ਇੱਕ ਤਰੀਕਾ ਸੀਗਾ। ਅਤੇ ਹੋਰ ਵੀ ਬਹੁਤ ਸਾਰੇ ਤਰੀਕੇ ਨਾਲ ਨੈਚੁਰਲ ਫਾਰਮਿੰਗ ਹੁੰਦੀ ਰਹੀ ਹੈ। ਪਿਛਲੇ ਸਾਲਾਂ 'ਚ ਸੁਭਾਸ਼ ਪਾਲੇਕਰ ਜੀ ਨੇ ਇੱਕ ਬਹੁਤ ਵਧੀਆ ਕੰਮ ਕਰਕੇ ਕਈ ਚੀਜ਼ਾਂ ਨੂੰ ਸਟੈਂਡਰਡਾਈਜ਼ ਕਰਕੇ ਤਾਂ ਇਸ ਚੀਜ਼ ਨੂੰ ਪ੍ਰਮੋਟ ਕੀਤਾ ਹੈ। ਅਤੇ ਉਹਨਾਂ ਦੇ ਜਿਹੜੇ ਮੋਡਿਊਲਸ ਹੈਗੇ ਅਸੀਂ ਬੇਸਿਕਲੀ ਉਹਨਾਂ ਨੂੰ ਹੀ ਪ੍ਰਮੋਟ ਕਰ ਰਹੇ ਹਾਂ, ਕਿਉਂਕਿ ਉਹਦੇ ਰਿਜ਼ਲਟ ਸਭ ਤੋਂ ਵਧੀਆ ਆ ਰਹੇ ਹੈ। ਗੱਲ ਇਹ ਆ ਵੀ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਜੈਵਿਕ ਖੇਤੀ ਦੀ, ਦੂਜੇ ਪਾਸੇ ਤੁਸੀਂ ਦੱਸ ਰਹੇ ਹੋ ਨੈਚੁਰਲ ਫਾਰਮਿੰਗ ਜੀ। ਇਹ ਦੋਨਾਂ ਦੇ ਵਿੱਚ ਫਰਕ ਕੀ ਹੈ? ਦੇਖੋ ਜੀ, ਜੈਵਿਕ ਖੇਤੀ ਜਿਹੜੀ ਹੈ ਉਹ ਕੈਮੀਕਲ ਤੋਂ ਬਿਨਾਂ ਖੇਤੀ ਹੁੰਦੀ ਹੈ ਅਤੇ ਨੈਚੁਰਲ ਫਾਰਮਿੰਗ ਵੀ ਬਿਨਾਂ ਕੈਮੀਕਲ ਤੋਂ ਖੇਤੀ ਹੁੰਦੀ ਹੈ, ਪਰ ਦੋਨੋਂ ਇੱਕ ਜਿਹੇ ਨਹੀਂ ਹੈ ਜਾਂ ਇੱਕ ਦੂਜੇ ਦੇ ਵੇਰੀਐਂਟ ਨਹੀਂ ਹੈ। ਇਹਨਾਂ ਦੀ ਖੇਤੀ ਕਰਨ ਦੇ ਤਰੀਕੇ ਚ ਕਾਫੀ ਫਰਕ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਪਰੋਚ ਦਾ ਫਰਕ ਹੈ ਜਾਂ ਫਿਲਾਸਫੀ ਦਾ ਫਰਕ ਹੈ। ਜਿਹੜੀ ਜੈਵਿਕ ਖੇਤੀ ਹੈ ਉਹ ਇਸ ਮੁੱਦੇ 'ਤੇ ਆਧਾਰਿਤ ਰਹਿੰਦੀ ਹੈ ਕਿ ਫਸਲ ਨੂੰ ਕਿੰਨੀ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਅਤੇ ਮਿੱਟੀ ਤੋਂ ਕਿੰਨਾ ਮਿਲ ਰਿਹਾ ਅਤੇ ਬਾਕੀ ਅਸੀਂ ਕਿੱਦਾਂ ਉਹਨੂੰ ਪ੍ਰੋਵਾਈਡ ਕਰਨਾ ਹੈ।
ਨੈਚੁਰਲ ਫਾਰਮਿੰਗ ਜਿਹੜੀ ਪੋਸ਼ਕ ਤੱਤਵ ਚਾਹੀਦੇ ਜਿੰਨੇ ਵੀ ਸਾਡੀਆਂ ਫਸਲਾਂ ਨੂੰ ਉਹਦੀ ਜਿਹੜੀ ਰਿਕੁਆਇਰਮੈਂਟ ਦੀ ਪੂਰਤੀ ਕਰਨੀ ਹੈ ਉਹ ਅਸੀਂ ਮਾਈਕਰੋਬਸ ਨੇ ਕਰਨੀ ਹੈ। ਤੇ ਸਾਡਾ ਜਿਹੜਾ ਨੈਚੁਰਲ ਫਾਰਮਿੰਗ 'ਚ ਕੰਮ ਰਹਿ ਗਿਆ ਉਹ ਹੈ ਮਾਈਕਰੋਬਸ ਦਾ। ਇੱਕ ਤਾਂ ਉਹਨਾਂ ਦੀ ਕੰਪੋਜੀਸ਼ਨ ਜਿਹੜੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਮਾਈਕਰੋਬਸ ਦਾ ਵੋਲਿਊਮ ਜਿੰਨਾ ਸੋਇਲ 'ਚ ਮਿੱਟੀ 'ਚ ਚਾਹੀਦਾ ਉਹ ਪੂਰਾ ਹੋਣਾ ਚਾਹੀਦਾ। ਤੇ ਇਹਦੇ ਵਾਸਤੇ ਜਿਹੜੇ ਤਰੀਕੇ ਸਾਨੂੰ ਸੁਭਾਸ਼ ਪਾਲੇਕਰ ਜੀ ਨੇ ਸੁਜੈਸਟ ਕੀਤੇ ਹੈ ਉਹਨਾਂ ਦੇ ਰਾਹੀਂ ਜੇ ਉਹਨਾਂ ਨੂੰ ਅਸੀਂ ਇਸਤੇਮਾਲ ਕਰੀਏ ਬਹੁਤ ਆਸਾਨੀ ਨਾਲ ਹੋ ਰਿਹਾ ਕੰਮ ਹੈ ਜੀ। ਤੇ ਫਸਲਾਂ 'ਚ ਜਿੱਦਾਂ ਸਾਨੂੰ ਸ਼ੱਕ ਪੈਂਦਾ ਹੈ ਕਿ ਸਾਡੀ ਝਾੜ ਘਟੂਗਾ ਪਹਿਲੇ ਸਾਲ 'ਚ ਜਦ ਸ਼ੁਰੂ ਦੇ ਕੁਝ ਸਾਲਾਂ 'ਚ ਇੱਦਾਂ ਦਾ ਕੁਝ ਨਹੀਂ ਹੋ ਰਿਹਾ। ਤੇ ਹੁਣ ਤਾਂ ਇੱਕ ਸਾਡੇ ਕੋਲ ਇੰਟਰਨੈਸ਼ਨਲ ਪਬਲੀਕੇਸ਼ਨਸ ਵੀ ਆ ਗਏ ਜਿਹੜੇ ਕਿ ਸਾਡੇ ਇੰਟਰਨੈਸ਼ਨਲ ਸਾਇੰਟਿਸਟ ਜਿਹੜੇ ਸਾਡੇ ਦੇਸ਼ ਦੇ ਬਾਹਰ ਦੇ ਸਾਇੰਟਿਸਟ ਹੈ ਉਹਨਾਂ ਨੇ ਵੀ ਪ੍ਰੂਵ ਕਰਤਾ ਹੈ ਕਿ ਇਹਦੇ 'ਚ ਈਲਡ ਪੈਨਲਟੀ ਨਹੀਂ ਹੋ ਰਹੀ ਜਾਂ ਝਾੜ ਨਹੀਂ ਡਿੱਗ ਰਿਹਾ ਜੇ ਅਸੀਂ ਇਹਨੂੰ ਪ੍ਰੋਪਰਲੀ ਫੋਲੋ ਕਰੀਏ। ਹਾਂ, ਆਮ ਤੌਰ 'ਤੇ ਡਾਕਟਰ ਸਾਹਿਬ ਖਦਸ਼ਾ ਇਹੀ ਹੁੰਦਾ ਆ ਵੀ ਸ਼ਾਇਦ ਇਹਦੇ ਵਿੱਚ ਝਾੜ ਘਟ ਜਾਂਦਾ। ਮੇਨ ਗੱਲ ਹਮੇਸ਼ਾ ਇਹੀ ਆਉਂਦੀ ਹੈ ਵੀ ਝਾੜ ਘਟਿਆ ਇਸ ਕਰਕੇ ਇੱਧਰ ਨਹੀਂ ਜਾ ਰਹੇ। ਨਹੀਂ, ਜਿੱਦਾਂ ਮੈਂ ਕਿਹਾ ਝਾੜ ਘਟਣ ਦੀ ਤਾਂ ਕੋਈ ਦਿੱਕਤ ਨਹੀਂ ਹੈ ਇਹਦੇ 'ਚ ਨੈਚੁਰਲ ਫਾਰਮਿੰਗ ਜੇ ਅਸੀਂ ਇਹਨੂੰ ਪੂਰੇ ਤਰੀਕੇ ਨਾਲ ਕਰੀਏ ਜੀ। ਜਿੱਦਾਂ ਵੀ ਕਿਹਾ ਗਿਆ ਕਿ ਘਣ ਜੀਵ ਅੰਮ੍ਰਿਤ ਦੇਣਾ ਹੈ ਜਾਂ ਜੀਵ ਅੰਮ੍ਰਿਤ ਦੇਣਾ ਹੈ ਕਿੰਨੇ ਵਕਫੇ 'ਤੇ ਦੇਣਾ ਹੈ ਅਤੇ ਉਸ ਤੋਂ ਬਾਅਦ ਉਹਦਾ ਬੀਜ ਅੰਮ੍ਰਿਤ ਨਾਲ ਉਹਦਾ ਜਿਹੜੇ ਬੀਜ ਹੈ ਉਹਨਾਂ ਦਾ ਉਪਚਾਰ ਕਰਕੇ ਜਾਂ ਉਹਨਾਂ ਨੂੰ ਟਰੀਟ ਕਰਕੇ ਦੇਣਾ ਹੈ। ਜੇ ਅਸੀਂ ਪੂਰੇ ਮੋਡਿਊਲਸ ਨੂੰ ਫੋਲੋ ਕਰੀਏ ਅਤੇ ਝਾੜ ਨਹੀਂ ਘਟ ਰਿਹਾ ਅਤੇ ਕੁਝ ਕਿਸਾਨ ਜਿਹੜੇ ਨੈਚੁਰਲ ਫਾਰਮਿੰਗ ਕਰ ਰਿਹਾ ਹੈ ਉਹਨਾਂ ਦਾ ਝਾੜ ਉਲਟਾ ਵਧਿਆ ਵੀ ਹੈ। ਖਾਸ ਕਰ ਜਿੱਥੇ ਵਰਸ਼ਾ ਆਧਾਰਿਤ ਖੇਤੀ ਹੈ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਰੇਨ ਫੈਡ ਐਗਰੀਕਲਚਰ ਹੈ ਉਹਦੇ ਵਿੱਚ ਤਾਂ ਜਿਹੜੀ ਇਹਦਾ ਝਾੜ ਹੈ ਬਹੁਤ ਜ਼ਿਆਦਾ ਵੱਧ ਰਿਹਾ। ਅਤੇ ਨੈਚੁਰਲ ਫਾਰਮਿੰਗ ਜਿਹੜੀ ਹੈ ਉਹ ਆਪਣੀ ਫੂਡ ਸਿਕਿਉਰਿਟੀ ਨੈਸ਼ਨਲ ਫੂਡ ਸਿਕਿਉਰਿਟੀ ਨੂੰ ਲੈ ਕੇ ਕੋਈ ਥ੍ਰੈਟ ਨਹੀਂ ਹੈ ਅਤੇ ਇਹ ਮਿਸਕਨਸੈਪਸ਼ਨ ਹੈ। ਹਾਲਾਂਕਿ ਜਿਹੜਾ ਪੇਪਰ ਜਿਸ ਪੇਪਰ ਦੀ ਮੈਂ ਗੱਲ ਕਰ ਰਿਹਾ ਉਹਦੇ 'ਚ ਕਲੀਅਰਲੀ ਲਿਖਿਆ ਗਿਆ ਹੈ ਕਿ ਆਰਗੈਨਿਕ ਫਾਰਮਿੰਗ 'ਚ ਈਲਡ ਪੈਨਲਟੀ ਹੋ ਰਹੀ ਹੈ ਜੀ। ਆਰਗੈਨਿਕ ਫਾਰਮਿੰਗ 'ਚ ਝਾੜ ਘਟ ਰਿਹਾ ਪਹਿਲੇ ਸਾਲਾਂ 'ਚ ਜੀ। ਤੇ ਕਈ ਪੇਪਰ ਤਾਂ ਇਦਾਂ ਵੀ ਕਹਿ ਰਿਹਾ ਕਿ ਲਗਾਤਾਰ ਘਟਦਾ ਹੀ ਰਹਿ ਰਿਹਾ ਜੀ, ਉਹ ਪੂਰਾ ਨਹੀਂ ਹੋ ਰਿਹਾ ਜੀ। ਪਰ ਨੈਚੁਰਲ ਫਾਰਮਿੰਗ 'ਚ ਇਦਾਂ ਨਹੀਂ ਹੋ ਰਿਹਾ ਜੀ। ਨੈਚੁਰਲ ਫਾਰਮਿੰਗ ਇੱਕ ਅਲੱਗ ਤਰੀਕਾ ਹੈ ਖੇਤੀ ਕਰਨ ਦਾ ਜੀ ਤੇ ਉਹਦੇ ਵਿੱਚ ਜਿਹੜੇ ਰਿਜ਼ਲਟ ਆ ਰਹੇ ਸਾਡੇ ਬਹੁਤ ਵਧੀਆ ਆ ਰਹੇ ਆ। ਪਰ ਡਾਕਟਰ ਸਾਹਿਬ ਜੇ ਝਾੜ ਨਹੀਂ ਘਟ ਰਿਹਾ ਤੇ ਫਿਰ ਜਿਹੜੀ ਆਪਣੀ ਨੈਚੁਰਲ ਫਾਰਮਿੰਗ ਹੈ ਇਹ ਪਪੂਲਰ ਕਿਉਂ ਨਹੀਂ ਹੋ ਰਹੀ? ਕਿਸਾਨ ਇਹਨੂੰ ਅਡਾਪਟ ਕਿਉਂ ਨਹੀਂ ਕਰ ਰਹੇ? ਪੋਪੂਲਰ ਨਹੀਂ ਹੋਣ ਦਾ ਜਿਹੜਾ ਕਾਰਨ ਹੈ ਜਦੋਂ ਅਸੀਂ ਦੇਖਦੇ ਹਾਂ ਮੇਰੇ ਦਾਦਾ ਜੀ 1970 ਦੇ ਲਾਗੇ ਛਾਗੇ ਖੇਤੀ ਕਰਦੇ ਸੀਗੇ ਜੀ ਅਤੇ ਉਹ ਕਿਸਮ ਦਾ ਨੈਚੁਰਲੀ ਸੀਗਾ ਪਰ ਉਹਨਾਂ ਦਾ ਜਿਹੜਾ ਅਪਰੋਚ ਸੀਗੀ ਖੇਤੀ ਕਰਨ ਦੀ ਉਹ ਜ਼ਿਆਦਾ ਆਰਗੈਨਿਕ ਫਾਰਮਿੰਗ ਨਾਲ ਮਿਲਦੀ ਸੀਗੀ ਅਤੇ ਨੈਚੁਰਲ ਫਾਰਮਿੰਗ ਵਾਲੇ ਜਿਹੜੇ ਮੋਡਿਊਲ ਹੈ ਜੀਵ ਅੰਮ੍ਰਿਤ ਘਣ ਜੀਵ ਅੰਮ੍ਰਿਤ ਵਗੈਰਾ ਉਹ ਨਹੀਂ ਦਿੰਦੇ ਸੀਗੇ ਜੀ। ਅਤੇ ਇਸ ਕਰਕੇ ਝਾੜ ਹੋ ਸਕਦਾ ਕਿ ਉਨੇ ਵਧੀਆ ਨਹੀਂ ਸੀਗੇ ਉਸ ਵੇਲੇ। ਅਤੇ ਜਦੋਂ ਫਿਰ ਕੈਮੀਕਲ ਫਰਟੀਲਾਈਜ਼ਰ 1970-1975 ਦੇ ਲਾਗੇ ਛਾਗੇ ਕਾਫੀ ਜ਼ਿਆਦਾ ਪੋਪੂਲਰ ਹੋ ਗਏ ਹਿੰਦੁਸਤਾਨ 'ਚ ਅਤੇ ਬਾਕੀ ਜਦੋਂ ਸਾਡੀ ਪਿਛਲੇ 60 ਸਾਲਾਂ 'ਚ ਜਿੰਨੀ ਵੀ ਐਗਰੀਕਲਚਰ ਨੂੰ ਲੈ ਕੇ ਪੜ੍ਹਾਈ ਹੋਈ ਹੈ ਜਿੰਨੇ ਵੀ ਅਸੀਂ ਸਾਇੰਟਿਸਟ ਹਾਂ ਜਾਂ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਲੱਗੇ ਆ ਜਾਂ ਐਗਰੀਕਲਚਰ ਨੂੰ ਡਿਵੈਲਪ ਕਰਨ ਦੇ ਅਲੱਗ-ਅਲੱਗ ਜਿਹੜੇ ਵੀ ਆਫੀਸਰ ਹੈ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਸਾਰੀ ਵੈਸਟਰਨ ਨੌਲੇਜ ਦੇ ਹਿਸਾਬ ਨਾਲ ਹੋਈ ਹੈ ਅਤੇ ਵੈਸਟਰਨ ਨੌਲੇਜ ਦਾ ਜਿਹੜਾ ਕੌਨਸੈਪਟ ਹੈ ਉਹ ਨੈਚੁਰਲ ਫਾਰਮਿੰਗ ਨੂੰ ਬਿਲਕੁਲ ਨਹੀਂ ਸਮਝਦੇ। ਅਤੇ ਹੁਣ ਪਿਛਲੇ ਕੁਛ ਸਾਲਾਂ 'ਚ ਆਰਗੈਨਿਕ ਫਾਰਮਿੰਗ ਨੂੰ ਉਹਨਾਂ ਨੇ ਸਮਝਣਾ ਸ਼ੁਰੂ ਕੀਤਾ ਪ੍ਰਮੋਟ ਕਰਨਾ ਸ਼ੁਰੂ ਕੀਤਾ ਪਰ ਫਿਰ ਵੀ ਜਿਹੜਾ ਆਰਗੈਨਿਕ ਫਾਰਮਿੰਗ ਦੇ ਰਿਜ਼ਲਟ ਉਨੇ ਵਧੀਆ ਨਹੀਂ ਹੈ ਜਿੰਨੇ ਨੈਚੁਰਲ ਫਾਰਮਿੰਗ ਦੇ ਹੈ। ਅਤੇ ਹੁਣ ਇਸ ਚੀਜ਼ ਨੂੰ ਸਮਝਦੇ ਹੋਏ ICAR ਨੇ ਆਪਣਾ ਇੱਕ ਇਨੀਸ਼ੀਏਟਿਵ ਲਿਆ ਹੈ ਅਤੇ ਹੁਣ ਇਹਨੂੰ ਪ੍ਰਮੋਟ ਕਰਨ ਦੀ ਥੋੜ੍ਹੀ ਕੋਸ਼ਿਸ਼ ਕਰ ਰਹੇ ਹੈ ਜੀ। ਮਤਲਬ ਕਿ ICAR ਕਿਸਾਨੀ ਪੱਧਰ 'ਤੇ ਨੈਚੁਰਲ ਫਾਰਮਿੰਗ ਨੂੰ ਲਾਗੂ ਕਰਨ ਲਈ ਉਪਰਾਲੇ ਕਰ ਰਿਹਾ ਡਾਕਟਰ ਸਾਹਿਬ। ਹੁਣ ਜਿਹੜੀ ਸਾਡੀ ਮੌਜੂਦਾ ਖੇਤੀ ਹੋ ਰਹੀ ਹੈ ਜਿਹਨੂੰ ਆਪਾਂ ਕਹਿ ਦਈਏ ਵੀ ਖਾਦਾਂ ਵਾਲੀ ਖੇਤੀ ਕੈਮੀਕਲ ਵਾਲੀ ਖੇਤੀ ਇਹਦੇ 'ਚ ਕੀ ਨੁਕਸ ਆ ਕੀ ਇਹ ਟਿਕਾਊ ਨਹੀਂ ਹੈ? ਦੇਖੋ ਜੀ ਜਿੱਦਾਂ ਮੈਂ ਕਹਿ ਰਿਹਾ ਕਿ ਖੇਤੀ ਜਿਹੜੀ ਹੈ ਇਹਦਾ ਇੱਕ ਬਹੁਤ ਵੱਡਾ ਕਨਸੈਪਟ ਹੈ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਸਮਝਿਆ ਕਿ ਮਿੱਟੀ ਦਾ ਵੀ ਆਪਣਾ ਇੱਕ ਡਾਈਜੈਸਟਿਵ ਸਿਸਟਮ ਹੁੰਦਾ ਹੈ ਜਿੱਦਾਂ ਅਸੀਂ ਸਾਡੇ ਇਨਸਾਨਾਂ ਦਾ ਡਾਈਜੈਸਟਿਵ ਸਿਸਟਮ ਹੈ। ਜੇ ਅਸੀਂ ਆਪਣਾ ਡਾਈਜੈਸਟਿਵ ਸਿਸਟਮ ਨੂੰ ਖਰਾਬ ਕਰ ਲਿਆ ਅਤੇ ਸਾਡਾ ਖਾਧਾ ਪੀਤਾ ਜਿਹੜਾ ਸਾਨੂੰ ਨਹੀਂ ਪਚੇਗਾ ਅਤੇ ਅਸੀਂ ਇੱਕ ਡ੍ਰਿਪ 'ਤੇ ਆ ਜਾਵਾਂਗੇ। ਸਾਨੂੰ ਜਿੰਨੀ ਵੀ ਨਿਊਟ੍ਰੀਸ਼ਨ ਦੀ ਰਿਕੁਆਇਰਮੈਂਟ ਹੈ ਉਹ ਡ੍ਰਿਪ ਦੇ ਥਰੂ ਜਾਏਗੀ, ਵਿਟਾਮਿਨ ਵੀ ਡ੍ਰਿਪ ਦੇ ਥਰੂ ਜਾਣਗੇ, ਜਿਹੜੇ ਕਾਰਬੋਹਾਈਡਰੇਟਸ ਹੈ ਉਹ ਵੀ ਡ੍ਰਿਪ ਦੇ ਥਰੂ ਜਾਣਗੇ ਅਤੇ ਜਿਹੜੀ ਸਾਡੀ ਮਾਡਰਨ ਖੇਤੀ ਹੈ ਉਹ ਵੀ ਕਾਫੀ ਕੁਛ ਜਿਹੜੀ ਹੈ ਡ੍ਰਿਪ ਵਾਲੀ ਖੇਤੀ ਹੁੰਦੀ ਚਲੀ ਗਈ ਹੈ। ਡ੍ਰਿਪ ਦਾ ਮਤਲਬ ਮੇਰਾ ਡ੍ਰਿਪ ਇਰੀਗੇਸ਼ਨ ਨਾਲ ਨਹੀਂ ਹੈ ਪਰ ਜਿੱਦਾਂ ਹਸਪੀਟਲ 'ਚ ਇੱਕ ਪੇਸ਼ੈਂਟ ਪਿਆ ਡ੍ਰਿਪ ਵਾਲਾ ਜਿਹਨੂੰ ਡ੍ਰਿਪ ਨਾਲ ਸਾਰੀ ਨਿਊਟ੍ਰੀਸ਼ਨ ਦਿੱਤੀ ਜਾ ਰਹੀ ਹੈ ਅਤੇ ਉੱਦਾਂ ਅਸੀਂ ਕੈਮੀਕਲ ਫਾਰਮਿੰਗ ਨਾਲ ਜਿਹੜਾ ਨਿਊਟ੍ਰੀਸ਼ਨ ਦੇ ਰਹੇ ਹਾਂ ਉਹ ਮਿੱਟੀ ਦੀ ਡਾਈਜੈਸਟਿਵ ਸਿਸਟਮ ਨੂੰ ਨਹੀਂ ਅਸੀਂ ਇੰਪਰੂਵ ਕਰ ਰਹੇ ਹਾਂ ਅਤੇ ਉਹ ਸਸਟੇਨੇਬਲ ਨਹੀਂ ਹੋ ਸਕਦਾ। ਕਦੇ ਵੀ ਡ੍ਰਿਪ ਦਾ ਪੇਸ਼ੈਂਟ ਜਿਹੜਾ ਹੈ ਪੂਰੀ ਜ਼ਿੰਦਗੀ ਉਹਦੇ 'ਤੇ ਡ੍ਰਿਪ 'ਤੇ ਨਹੀਂ ਕੱਟ ਸਕਦਾ। ਉਹਨੂੰ ਆਖਰਕਾਰ ਸਾਨੂੰ ਉਹਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਨੂੰ ਇੰਪਰੂਵ ਕਰਕੇ ਅਤੇ ਨਿਊਟ੍ਰੀਸ਼ਨ ਉਹਦੀ ਜਿਹੜੀ ਹੈ ਡਾਈਜੈਸਟਿਵ ਸਿਸਟਮ ਦੇ ਥਰੂ ਹੀ ਦੇਣੀ ਪਏਗੀ
ਤੇ ਉੱਦਾਂ ਹੀ ਮਿੱਟੀ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਸਾਰਾ ਮਾਈਕਰੋਬ ਤੇ ਡਿਪੈਂਡ ਕਰਦਾ ਹੈ ਜੀ ਤੇ ਮਾਈਕਰੋਬ ਦੀ ਜਦੋਂ ਪਾਪੂਲੇਸ਼ਨ ਜਿਹੜੀ ਹੈ ਪੂਰੀ ਕੀਤੀ ਜਾਏਗੀ, ਉਹਨਾਂ ਦਾ ਜਿਹੜਾ ਕੰਪੋਜੀਸ਼ਨ ਹੈ ਉਹ ਪੂਰਾ ਕੀਤਾ ਜਾਏਗਾ, ਵੋਲਿਊਮ ਜਿੰਨਾ ਮਿੱਟੀ ਚਾਹੀਦਾ ਉਹ ਪੂਰਾ ਕੀਤਾ ਜਾਏਗਾ, ਤਾਂ ਸਾਨੂੰ ਇਸ ਚੀਜ਼ ਦੇ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਨਿਊਟ੍ਰੀਸ਼ਨ ਕਿੱਥੋਂ ਪੂਰੀ ਹੋਏਗੀ ਔਰ ਕਿੱਦਾਂ ਪੂਰੀ ਹੋਏਗੀ। ਜੀ ਇਹ ਇਸ ਚੀਜ਼ ਨੂੰ ਮਾਈਕਰੋਬਸ ਆਪਣੇ ਆਪ ਕਰਦੇ ਆ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਜਿਹੜੀ ਮੌਜੂਦਾ ਖੇਤੀ ਅਸੀਂ ਕਰ ਰਹੇ ਹਾਂ, ਬੇਲੋੜੀਆਂ ਖਾਦਾਂ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਾਂ, ਜਿਹਦੇ ਨਾਲ ਸਾਡੀ ਸੋਇਲ ਹੈਲਥ ਵੀ ਖਰਾਬ ਹੋ ਰਹੀ ਹੈ ਜੀ ਔਰ ਜਿਹੜੇ ਬਹੁਤ ਸਾਰੇ ਕੈਮੀਕਲ ਯੂਜ਼ ਕਰਨ ਦੇ ਨਾਲ ਜਿਹੜੀ ਆ ਸਾਡੀ ਸਿਹਤ ਆ ਉੱਤੇ ਵੀ ਅਸਰ ਪੈ ਰਿਹਾ। ਬਿਲਕੁਲ ਪੈ ਰਿਹਾ ਜੀ। ਸਵਾਲ ਇਹ ਹੈ ਵੀ ਅੱਜ ਇਸ ਸਮੇਂ ਦੇ ਵਿੱਚ ਜਿੱਥੇ ਕਿ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ, ਅਸੀਂ 4-4 ਫਸਲਾਂ ਲੈ ਰਹੇ ਹਾਂ ਔਰ ਸੰਘਣੀ ਖੇਤੀ ਹੋ ਰਹੀ ਆ। ਸਵਾਲ ਇਹ ਹੈ ਵੀ ਜਦੋਂ ਅਸੀਂ ਨਿਊਟ੍ਰੀਸ਼ਨ ਜਿਹੜੀ ਉਹ ਪੂਰੀ ਕਰਨੀ ਆ, ਇੱਧਰ ਤਾਂ ਅਸੀਂ ਕੈਮੀਕਲ ਦੇ ਨਾਲ ਪੂਰੀ ਕਰ ਲੈਂਦੇ ਹਾਂ, ਜਦੋਂ ਹੁਣ ਅਸੀਂ ਨੈਚੁਰਲ ਫਾਰਮਿੰਗ ਕਰਨੀ ਆ, ਜਿਹੜੀ ਤੱਤਾਂ ਦੀ ਪੂਰਤੀ ਆ ਜਿੱਦਾਂ ਨਾਈਟ੍ਰੋਜਨ ਫਾਸਫੋਰਸ ਦੀ ਆਪਾਂ ਗੱਲ ਕਰੀਏ, ਇਹ ਕਿੱਦਾਂ ਪੂਰੀ ਕਰਾਂਗੇ ਆਪਾਂ? ਸਭ ਤੋਂ ਵੱਡਾ ਜਿਹੜਾ ਸ਼ੱਕ ਪੈਂਦਾ ਹੈ ਇਸ ਚੀਜ਼ ਨੂੰ ਲੈ ਕੇ, ਨੈਚੁਰਲ ਫਾਰਮਿੰਗ ਨੂੰ ਜਾਂ ਆਰਗੈਨਿਕ ਫਾਰਮਿੰਗ ਨੂੰ ਲੈ ਕੇ, ਉਹ ਸਾਡਾ ਸੋਚਣ ਦਾ ਤਰੀਕਾ ਹੈ। ਜਿਹੜੀ ਮਾਡਰਨ ਸਾਡੀ ਐਗਰੀਕਲਚਰ ਸਾਇੰਸ ਹੈ ਉਹਨੇ ਇਹੀ ਸਾਨੂੰ ਸਮਝਾਇਆ ਕਿ ਪਹਿਲੇ ਤਾਂ ਕੈਲਕੂਲੇਟ ਕਰੋ ਕਿ ਜੀ ਇਸ ਫਸਲ ਨੂੰ ਕਿੰਨੀ ਤੱਤਾਂ ਦੀ ਜ਼ਰੂਰਤ ਹੈ, ਉਸ ਤੋਂ ਬਾਅਦ ਕਿੰਨਾ ਮਿੱਟੀ ਤੋਂ ਮਿਲੇਗਾ ਤੇ ਕਿੰਨਾ ਉਸ ਤੋਂ ਬਾਅਦ ਸਾਨੂੰ ਜਿਹੜਾ ਹੈ ਬਾਹਰੋਂ ਦੇਣਾ ਹੈ। ਤੇ ਨੈਚੁਰਲ ਫਾਰਮਿੰਗ ਇਸ ਤਰੀਕੇ ਨਾਲ ਨਹੀਂ ਸੋਚਦਾ। ਨੈਚੁਰਲ ਫਾਰਮਿੰਗ ਜਿਹੜਾ ਹੈ ਉਹਦਾ ਤਰੀਕਾ ਇਹ ਹੈਗਾ ਕਿ ਜਿਹੜੇ ਸਾਡੇ ਮਾਈਕਰੋਬਸ ਹੈਗੇ ਉਹ ਆਪਣੇ ਆਪ ਪੂਰੇ ਜਿਹੜੇ ਤੱਤ ਹੈ ਉਹਨਾਂ ਨੂੰ ਪੂਰਾ ਕਰਦੇ ਆ। ਤੇ ਤੁਸੀਂ ਬੋਲੋਗੇ ਕਿੱਦਾਂ? ਸਭ ਤੋਂ ਪਹਿਲੇ ਨਾਈਟ੍ਰੋਜਨ ਕਿੱਦਾਂ ਪੂਰੀ ਕਰਦੇ ਆ? ਨਾਈਟ੍ਰੋਜਨ ਪੂਰੀ ਕਰਨ ਵਾਸਤੇ ਜਿੱਦਾਂ ਨੈਚੁਰਲ ਫਾਰਮਿੰਗ ਸਾਡੀ ਇੰਟਰਕ੍ਰੋਪਿੰਗ 'ਚ ਲੈਗਿਊਮਿਨਸ ਕ੍ਰੌਪਸ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਫਲੀਦਾਰ ਫਸਲਾਂ ਜਿਹੜੀਆਂ ਐਟਮੋਸਫੀਅਰ ਤੋਂ ਜਾਂ ਅਸਮਾਨ ਤੋਂ ਜਾਂ ਆਪਣੇ ਜਿਹੜਾ ਸਾਡਾ ਐਟਮੋਸਫੀਅਰ ਹੈ ਉਹਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਉਹਦੀ ਫਿਕਸਿੰਗ ਕਰਦੀ ਹੈ ਜ਼ਮੀਨ 'ਚ। ਤੇ ਦੂਜਾ ਫਿਰ ਜਦੋਂ ਸਾਡੀ ਕੰਪੋਜੀਸ਼ਨ ਪੂਰੀ ਹੋ ਜਾਂਦੀ ਹੈ ਬੈਕਟੀਰੀਆ ਸਾਡਾ ਹਿਊਮਸ ਵਧੀਆ ਬਣ ਜਾਂਦਾ ਹੈ, ਸੋਇਲ ਆਰਗੈਨਿਕ ਕਾਰਬਨ ਜਿਹੜਾ ਜਿੰਨਾ ਚਾਹੀਦਾ ਹੈ ਉਨਾ ਹੋ ਜਾਂਦਾ ਹੈ, ਤੇ ਸਾਡੇ ਫ੍ਰੀ ਲਿਵਿੰਗ ਬੈਕਟੀਰੀਆ ਜਿਹੜੇ ਉਹ ਵੀ ਨਾਈਟ੍ਰੋਜਨ ਫਿਕਸ ਕਰਕੇ ਪੌਦਿਆਂ ਨੂੰ ਦੇਣੀ ਸ਼ੁਰੂ ਕਰ ਦਿੰਦੇ ਆ। ਤੇ ਬਾਕੀ ਜਿਹੜੀ ਗੱਲ ਰਹਿ ਗਈ ਫਾਸਫੋਰਸ ਦੀ ਜਾਂ ਪੋਟਾਸ਼ ਦੀ, ਤੇ ਉਹ ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਤੇ ਪੋਟਾਸ਼ ਸੋਲੂਬਲਾਈਜ਼ਿੰਗ ਬੈਕਟੀਰੀਆ ਉਹ ਆਪਣੇ ਆਪ ਸੋਇਲ 'ਚ ਪੈਦਾ ਹੋ ਜਾਂਦੇ ਆ ਜਦੋਂ ਅਸੀਂ ਨੈਚੁਰਲ ਫਾਰਮਿੰਗ ਦੇ ਥਰੂ ਉਹਨਾਂ ਦੀ ਮਾਈਕਰੋਬਸ ਦੀ ਪੂਰੀ ਪਾਪੂਲੇਸ਼ਨ ਨੂੰ ਅਸੀਂ ਐਸਟੈਬਲਿਸ਼ ਕਰ ਦਿੰਦੇ ਹਾਂ। ਤੇ ਉਹ ਆਟੋਮੈਟਿਕਲੀ ਜ਼ਮੀਨ ਦੇ ਥੱਲੇ ਦੀ ਲੇਅਰ ਤੋਂ 20 ਫੁੱਟ ਤੋਂ 15 ਫੁੱਟ ਤੋਂ ਥੱਲਿਓਂ ਜਿਹੜੀ ਹੈ ਉਹਦੀ ਰੀਸਾਈਕਲਿੰਗ ਹੁੰਦੀ ਹੈ, ਚਾਹੇ ਉਹ ਕੈਪਿਲਰੀ ਐਕਸ਼ਨ ਦੇ ਥਰੂ ਹੋਏ, ਚਾਹੇ ਉਹ ਆਪਣੇ ਜਿਹਨੂੰ ਅਸੀਂ ਕਹਿੰਦੇ ਆ ਕਿ ਗੰਡੋਏ ਜਾਂ ਜਿਹਨੂੰ ਅਰਥਵਰਮ ਕਹਿੰਦੇ ਆ ਉਹਨਾਂ ਦੇ ਥਰੂ ਹੋਏ, ਤੇ ਉਹ ਆਟੋਮੈਟਿਕ ਹੁੰਦੀ ਹੈ। ਇਹਨਾਂ ਚੀਜ਼ਾਂ ਨੂੰ ਸੋਚਣ ਦੀ ਜ਼ਰੂਰਤ ਨਹੀਂ। ਜੇ ਅਸੀਂ ਇੱਕ ਜਿਹੜਾ ਕਨਸੈਪਟ ਹੈਗਾ ਜਿਹੜਾ ਨੈਚੁਰਲ ਫਾਰਮਿੰਗ ਹੈ ਇਹ ਬੇਸਡ ਹੈਗਾ ਸਾਡਾ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਸੰਸਕ੍ਰਿਤ ਦਾ ਸ਼ਲੋਕ ਹੈ ਧਰਮੋ ਰਕਸ਼ਤੀ ਰਕਸ਼ਿਤਾ, ਕਿ ਤੁਸੀਂ ਧਰਮ ਦੀ ਰਕਸ਼ਾ ਕਰੋ, ਧਰਮ ਤੁਹਾਡੀ ਰਕਸ਼ਾ ਆਪਣੇ ਆਪ ਕਰੂਗਾ। ਤੇ ਉਸ ਪ੍ਰਿੰਸੀਪਲ ਤੇ ਤੁਸੀਂ ਮਾਈਕਰੋਬ ਦੀ ਪਾਪੂਲੇਸ਼ਨ ਨੂੰ ਜਿਹੜਾ ਹੈ ਉਹਨਾਂ ਦੀ ਕੰਪੋਜੀਸ਼ਨ ਨੂੰ ਐਸਟੈਬਲਿਸ਼ ਕਰੋ, ਤੇ ਬਾਕੀ ਮਾਈਕਰੋਬ ਖੇਤੀ ਦੇ ਰਿਲੇਟਡ ਸਾਰੀਆਂ ਜ਼ਰੂਰਤਾਂ ਨੂੰ ਆਪਣੇ ਆਪ ਪੂਰੀ ਕਰਨਗੇ। ਚਾਹੇ ਉਹ ਪੌਦੇ ਦੀ ਜਿਹਨੂੰ ਅਸੀਂ ਕਹਿੰਦੇ ਆ ਰਜਿਸਟੈਂਸ ਹੈ ਬਿਮਾਰੀਆਂ ਦੇ ਅਗੇਂਸਟ, ਜਾਂ ਇਮਿਊਨਿਟੀ ਹੈ ਉਹਨੂੰ ਇੰਪਰੂਵ ਕਰਨਗੇ, ਜਾਂ ਜੋ ਵੀ ਹੈ ਉਹ ਸਾਰੇ ਆਪਣੇ ਆਪ ਹੁੰਦਾ ਇਹਦੇ ਵਿੱਚ। ਜੀ ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਨਹੀਂ ਇਹ ਜਿਹੜਾ ਪ੍ਰੋਸੈਸ ਆ ਨੈਚੁਰਲ ਫਾਰਮਿੰਗ ਦਾ ਇਹ ਸਲੋ ਹੈ? ਦੇਖੋ ਜੀ, ਨੈਚੁਰਲ ਫਾਰਮਿੰਗ ਦਾ ਜਿਹੜਾ ਪ੍ਰੋਸੈਸ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਰਿਕੁਆਇਰਮੈਂਟ ਆਉਂਦੀ ਹੈ ਉਹ ਆਉਂਦੀ ਹੈ ਕਿ ਅਸੀਂ ਸੋਇਲ ਆਰਗੈਨਿਕ ਕਾਰਬਨ ਨੂੰ ਕਿੱਦਾਂ ਵਧਾਈਏ, ਕਿਉਂਕਿ ਸੋਇਲ ਆਰਗੈਨਿਕ ਕਾਰਬਨ ਜਦੋਂ ਵਧੇਗਾ ਉਦੋਂ ਹੀ ਨੈਚੁਰਲ ਫਾਰਮਿੰਗ ਵੀ ਸਕਸੈਸਫੁਲ ਹੁੰਦੀ ਹੈ ਤੇ ਆਰਗੈਨਿਕ ਫਾਰਮਿੰਗ ਵੀ ਉਦੋਂ ਹੀ ਸਕਸੈਸਫੁਲ ਹੁੰਦੀ ਹੈ। ਪਰ ਇਹਦੇ ਵਿੱਚ ਜਿਹੜੇ ਤਰੀਕੇ ਸੁਜੈਸਟ ਕੀਤੇ ਗਏ ਹੈ ਸੁਭਾਸ਼ ਪਾਲੇਕਰ ਖੇਤੀ ਦੇ ਅੰਦਰ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਬੀਜ ਅੰਮ੍ਰਿਤ ਨਾਲ ਜਿਹੜੇ ਸੀਡ ਹੈ ਉਹਨਾਂ ਨੂੰ ਟਰੀਟ ਕਰੋ, ਤੇ ਘਨ ਜੀਵ ਅੰਮ੍ਰਿਤ ਜਿਹੜਾ ਹੈ ਉਹ ਬਿਜਾਈ ਤੋਂ ਪਹਿਲੇ ਦਿਓ, ਤੇ ਬਾਕੀ ਬਿਜਾਈ ਤੋਂ ਬਾਅਦ ਰਿਪੀਟਡਲੀ ਛੋਟੇ ਛੋਟੇ ਬਖਵਿਆਂ 'ਤੇ ਤੁਸੀਂ ਆਪਣਾ ਜੀਵ ਅੰਮ੍ਰਿਤ ਦੇਈ ਜਾਓ। ਇਹ ਇੱਕ ਸਾਰੇ ਕਲਚਰ ਹੈਗੇ, ਤੇ ਜਿਹੜੇ ਕਲਚਰ ਹੈ ਉਹ ਆਪਣੇ ਮਾਈਕਰੋਬ ਦੇ ਕਲਚਰ ਹੈ। ਕਲਚਰ ਦਾ ਮਤਲਬ ਇੱਦਾਂ ਹੋ ਗਿਆ ਜਿੱਦਾਂ ਜਾਮਣ ਅਸੀਂ ਕਹਿੰਦੇ ਹਾਂ, ਜਾਂ ਜਿਹਨੂੰ ਜਾਗ ਲਾਣਾ ਕਹਿੰਦੇ ਹਾਂ ਦਹੀਂ ਨੂੰ, ਤੇ ਬਾਕੀ ਆਪਣੇ ਆਪ ਦਹੀਂ ਉਹਦਾ ਜੰਮਦਾ ਹੈ। ਪਰ ਇਹਦੇ 'ਚ ਕੁਝ ਕੰਡੀਸ਼ਨਸ ਨੂੰ ਸਾਨੂੰ ਪੂਰਾ ਕਰਨਾ ਪੈਂਦਾ, ਜਿੱਦਾਂ ਕੰਡੀਸ਼ਨ ਨੂੰ ਪੂਰਾ ਕਰਨ ਦਾ ਜਿਹੜੇ ਮਾਈਕਰੋਬਸ ਹੈ ਉਹਨਾਂ ਦੀ ਪਾਪੂਲੇਸ਼ਨ ਨੂੰ ਵਧਾਉਣ ਵਾਸਤੇ, ਜਾਂ ਜਿਹੜਾ ਸਭ ਤੋਂ ਤੁਸੀਂ ਗੱਲ ਕੀਤੀ ਹੈ ਸੋਇਲ ਆਰਗੈਨਿਕ ਕਾਰਬਨ ਦੀ, ਸੋਇਲ ਆਰਗੈਨਿਕ ਕਾਰਬਨ ਨੂੰ ਵਧਾਉਣ ਵਾਸਤੇ ਕੁਝ ਕੰਡੀਸ਼ਨਸ ਹੈ ਜਿਹੜੀਆਂ ਸਾਨੂੰ ਮੀਟ ਕਰਨੀਆਂ ਪੈਂਦੀਆਂ, ਤੇ ਉਹਨਾਂ ਨੂੰ ਕੰਡੀਸ਼ਨਸ ਨੂੰ ਮੀਟ ਕਰਨ ਤੋਂ ਪਹਿਲੇ ਸਾਨੂੰ ਸਮਝਣਾ ਪਏਗਾ ਕਿ ਇਹਨਾਂ ਨੂੰ ਘਟਾਉਂਦਾ ਕੀ ਚੀਜ਼ ਹੈ। ਜਿਹੜਾ ਸੋਇਲ ਆਰਗੈਨਿਕ ਕਾਰਬਨ ਹੈ ਇਹਨੂੰ ਕੀ ਚੀਜ਼ ਘਟਾਉਂਦੀ ਹੈ? ਇੱਕ ਤਾਂ ਜਿਹੜੀ ਹੈ ਬਾਰ-ਬਾਰ ਜਿਹੜਾ ਬਾਣਾ ਖੇਤ ਨੂੰ,
ਉਹਦੇ ਨਾਲ ਫਰਕ ਪੈਂਦਾ ਹੈ, ਇਹ ਘਟਦਾ ਹੈ ਸੋਇਲ ਆਰਗੈਨਿਕ ਕਾਰਬਨ। ਅਤੇ ਦੂਜਾ, ਜਦੋਂ ਅਸੀਂ ਇਹਨੂੰ ਖੁੱਲ੍ਹਾ ਛੱਡਦੇ ਹਾਂ ਸੂਰਜ ਦੀ ਰੋਸ਼ਨੀ ਵਾਲੇ ਜਾਂ ਗਰਮ ਟੈਂਪਰੇਚਰ 'ਚ, ਉਹਦੇ ਨਾਲ ਇਹ ਘਟਦਾ ਹੈ। ਅਤੇ ਜਦੋਂ ਅਸੀਂ ਇਹਨੂੰ ਛੇਤੀ ਵਧਾਉਣਾ ਹੈ, ਅਤੇ ਜੇ ਅਸੀਂ ਪੂਰੇ ਪ੍ਰਿੰਸੀਪਲਸ ਫੋਲੋ ਕਰੀਏ, ਜਿੱਦਾਂ ਮਲਚਿੰਗ ਹੈ ਜਿਹਨੂੰ ਆਛਾਦਨ ਕਹਿੰਦੇ ਆ, ਜੇ ਅਸੀਂ ਮਲਚਿੰਗ ਪ੍ਰੋਪਰ ਕਰੀਏ ਅਤੇ ਪਲੋਇੰਗ ਨਾ ਕਰੀਏ, ਜਾਂ ਇਹਨੂੰ ਕਰੀਏ ਕਿ ਮਿਨੀਮਮ ਟਿਲੇਜ ਜਾਂ ਜ਼ੀਰੋ ਟਿਲੇਜ, ਜੇ ਅਸੀਂ ਉਹਨਾਂ ਨੂੰ ਪ੍ਰਿੰਸੀਪਲਸ ਨੂੰ ਫੋਲੋ ਕਰੀਏ ਤਾਂ ਬਹੁਤ ਤੇਜ਼ੀ ਨਾਲ ਵੱਧਦਾ ਹੈ ਸੋਇਲ ਆਰਗੈਨਿਕ ਕਾਰਬਨ। ਹਾਂ, ਇੱਕ ਗੱਲ ਇਹਦੇ ਵਿੱਚ ਹੋਰ ਜ਼ਰੂਰੀ ਹੈ ਕਿ ਜਿਹੜੇ ਸ਼ੁਰੂ ਦੇ 2-3 ਸਾਲ ਹੈ, ਜਦੋਂ ਅਸੀਂ ਸੋਇਲ ਆਰਗੈਨਿਕ ਕਾਰਬਨ ਨੂੰ ਵਧਾਉਣਾ ਹੈ, ਅਤੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਜਦੋਂ ਅਸੀਂ ਮਲਚ ਮਟੀਰੀਅਲ ਦੇ ਰਹੇ ਹਾਂ, ਅਤੇ ਮਲਚ ਮਟੀਰੀਅਲ ਜਿਹੜਾ ਉਹ ਲਿਗਨੀਨ ਬੇਸ ਹੋਏ, ਹਰਾ ਪੱਤੇ ਜਾਂ ਜਿਹੜੇ ਕੱਚੇ ਪੱਤੇ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਕੱਚਾ ਪੌਦਾ ਹੈ, ਉਹਦੀ ਮਲਚਿੰਗ ਇੰਨੀ ਵਧੀਆ ਨਹੀਂ ਹੈ। ਪਰਾਲੀ ਜਿਹੜੀ ਹੈ, ਸੁੱਕੀ ਪਰਾਲੀ ਜਾਂ ਹੋਰ ਵੀ ਜਿਹੜਾ ਐਗਰੀਕਲਚਰ ਦਾ ਵੇਸਟ, ਜਿਹੜਾ ਪੂਰਾ ਮੈਚਿਓਰ ਪੌਦੇ ਦਾ ਵੇਸਟ ਹੈ, ਉਹਦੇ ਨਾਲ ਅਸੀਂ ਇਹਦੀ ਮਲਚਿੰਗ ਕਰੀਏ, ਜਾਂ ਜਿਹਨੂੰ ਆਛਾਦਨ ਕਹਿੰਦੇ ਹਾਂ, ਅਤੇ ਫਿਰ ਜਿਹੜੀ CN ਰੇਸ਼ੋ ਜਦੋਂ ਮੇਨਟੇਨ ਹੋਏਗੀ 10:1 ਦੇ ਲਾਗੇ ਛਾਗੇ, ਤਾਂ ਹੀ ਹਿਊਮਸ ਜਿਹੜਾ ਹੈ ਉਹ ਬਣੇਗਾ, ਅਤੇ ਹਿਊਮਸ ਜਿਹੜਾ ਉਹ ਪ੍ਰੀਜ਼ਰਵ ਕਰੇਗਾ ਕਾਰਬਨ ਨੂੰ, ਸੋਇਲ ਕਾਰਬਨ ਨੂੰ। ਅਤੇ ਜਦੋਂ ਅਸੀਂ ਮਲਚ ਮਟੀਰੀਅਲ ਦਿੰਦੇ ਹਾਂ ਤਾਂ ਉਹਦੇ ਵਿੱਚ 80% ਦੇ ਲਾਗੇ ਛਾਗੇ ਕਾਰਬਨ ਹੈ, ਪਰ ਜਿਹੜਾ ਸਾਡਾ ਨਾਈਟ੍ਰੋਜਨ ਉਹ ਬੜੀ ਘੱਟ ਹੈ, 2% ਦੇ ਲਾਗੇ ਛਾਗੇ ਹੈ। ਅਤੇ ਉਹਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਲੈਗਿਊਮਿਨਸ ਪਲਾਂਟਸ ਜਿਹੜੇ ਹੈ, ਜਿਹਨੂੰ ਅਸੀਂ ਫਲੀਦਾਰ ਪੌਦੇ ਕਹਿੰਦੇ ਹਾਂ, ਉਹਨਾਂ ਦੀ ਪਲਾਂਟਿੰਗ ਕਰਨਾ ਬਹੁਤ ਜ਼ਰੂਰੀ ਹੈ ਇਨੀਸ਼ੀਅਲ 1-2 ਸਾਲ 'ਚ, ਚਾਹੇ ਉਹ ਇੰਟਰਕ੍ਰੌਪ 'ਚ ਕਰੀਏ, ਚਾਹੇ ਉਹਨਾਂ ਦੀ ਅਸੀਂ ਪੂਰੀ ਫਸਲ ਲਈਏ ਜੀ। ਅਤੇ ਜਦੋਂ ਉਹ ਹੋ ਜਾਏਗਾ ਤਾਂ ਉਹ ਸਾਡਾ ਸੋਇਲ ਆਰਗੈਨਿਕ ਕਾਰਬਨ ਇੰਨਾ ਵੱਧ ਜਾਏਗਾ ਕਿ ਫਿਰ ਸਾਰੀਆਂ ਚੀਜ਼ਾਂ, ਮਾਈਕਰੋਬਸ ਆਪਣੇ ਆਪ ਉਹਦੇ ਵਿੱਚ ਸਸਟੇਨ ਕਰਨਗੇ, ਅਤੇ ਅਸੀਂ ਜਦੋਂ ਜ਼ੀਰੋ ਟਿਲੇਜ ਜਾਂ ਮਿਨੀਮਮ ਟਿਲੇਜ ਦੇ ਪ੍ਰਿੰਸੀਪਲਸ ਨੂੰ ਫੋਲੋ ਕਰਾਂਗੇ, ਅਤੇ ਫਿਰ ਸਾਡਾ ਕੰਡੀਸ਼ਨਸ ਇੱਦਾਂ ਦੀਆਂ ਕ੍ਰੀਏਟ ਹੋ ਜਾਣਗੀਆਂ ਕਿ ਸਾਡੀ ਨੈਚੁਰਲ ਫਾਰਮਿੰਗ ਬਹੁਤ ਵਧੀਆ ਤਰੀਕੇ ਨਾਲ ਚੱਲੇਗੀ। ਡਾਕਟਰ ਸਾਹਿਬ, ਵੀ ਜਦੋਂ ਆਪਾਂ ਆਰਗੈਨਿਕ ਫਾਰਮਿੰਗ ਕਰਦੇ ਹਾਂ, ਆਪਾਂ ਜਾਂ ਤਾਂ ਵਰਮੀ ਕੰਪੋਸਟ ਯੂਜ਼ ਕਰਦੇ ਹਾਂ, ਜਾਂ ਆਪਾਂ FYM ਦੇ ਰਾਹੀਂ ਜਾਂਦੇ ਹਾਂ, ਉਹਦੇ ਨਾਲ ਜਿਹੜੀ ਤੱਤਾਂ ਦੀ ਪੂਰਤੀ ਆ ਉਹ ਛੇਤੀ ਹੋ ਜਾਂਦੀ ਕਿ ਉਹਦੇ ਨੂੰ ਵੀ ਇੰਨਾ ਟਾਈਮ ਲੱਗਦਾ? ਜਦੋਂ ਅਸੀਂ ਆਰਗੈਨਿਕ ਫਾਰਮਿੰਗ ਦੇ ਥਰੂ ਨਾਲ ਅਸੀਂ ਤੱਤਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਨੇ ਆ ਤਾਂ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਜੀ, ਕਿਉਂਕਿ ਜਿਹੜਾ ਨਾਈਟ੍ਰੋਜਨ ਜੇ ਅਸੀਂ ਪੂਰੀ ਕਰਨੀ ਹੋਏ ਤੇ 300 ਕੁਇੰਟਲ ਦੇ ਲਾਗੇ ਛਾਗੇ ਸਾਡਾ ਜਿਹੜਾ ਹੈ ਰਿਕੁਆਇਰਮੈਂਟ ਪੈ ਜਾਂਦੀ ਹੈ FYM ਦੀ, ਜਿਹੜੀ ਦੇਣੀ ਅੱਜ ਦੇ ਟਾਈਮ 'ਚ ਬਹੁਤ ਮੁਸ਼ਕਿਲ ਹੈ। ਪਰ ਜੇ ਅਸੀਂ ਮਾਈਕਰੋਬਸ ਦੇ ਥਰੂ ਕਰੀਏ ਤੇ ਮਾਈਕਰੋਬਸ ਆਪਣੇ ਆਪ ਨਾਈਟ੍ਰੋਜਨ ਜਿਹੜੀ ਹੈ ਆਪਣੇ ਵਾਤਾਵਰਣ ਤੋਂ ਲੈ ਕੇ ਉਹਨੂੰ ਫਿਕਸ ਕਰਦੇ ਹੈ, ਤੇ ਉਹ ਇੱਕ ਸੌਖਾ ਕੰਮ ਹੈ। ਤੇ ਜਦੋਂ ਅਸੀਂ ਇੰਨਾ ਜ਼ਿਆਦਾ ਰਿਕੁਆਇਰਮੈਂਟ ਸਾਡੀ ਹੋ ਜਾਏਗੀ ਜਿਹਨੂੰ ਅਸੀਂ ਕਹਿੰਦੇ ਆ ਰੂੜੀ ਦੀ, ਤੇ ਕਿੰਨੇ ਜ਼ਿਆਦਾ ਪਸ਼ੂ ਜਿਹੜੇ ਸਾਨੂੰ ਪਾਲਣੇ ਪੈਣਗੇ, ਤੇ ਇੰਨੇ ਪਸ਼ੂ ਸਾਡੇ ਕੋਲ ਹੈਗੇ ਨਹੀਂ, ਤਾਂ ਇੰਨਾ ਪੋਸੀਬਲ ਨਹੀਂ ਹੋ ਸਕੇਗਾ। ਤੇ ਇਸ ਕਰਕੇ ਨੈਚੁਰਲ ਫਾਰਮਿੰਗ ਜਿਹੜੀ ਹੈ ਉਹ ਇੱਕ ਗਾਂ ਦੇ ਨਾਲ, ਜਿੱਦਾਂ ਅਸੀਂ ਸ਼ੁਰੂ 'ਚ ਹੋ ਸਕਦਾ ਹੈ ਕਿ 7-8 ਏਕੜ ਨੂੰ ਅਸੀਂ ਸਪੋਰਟ ਕਰ ਸਕੀਏ, ਪਰ ਜਦੋਂ ਸਾਡੀ ਮਿੱਟੀ ਇੱਕ ਵਾਰ ਚੰਗੇ ਤਰੀਕੇ ਨਾਲ ਤਿਆਰ ਹੋ ਗਈ ਤੇ 30 ਏਕੜ ਜਿਹੜੀ ਹੈ ਦੀ ਖੇਤੀ ਅਸੀਂ ਇੱਕ ਗਾਂ ਨਾਲ ਪੂਰੀ ਕਰ ਸਕਦੇ ਹਾਂ ਜੀ। ਤੇ ਜਿਹੜੀ ਕਿ ਦੂਜੇ ਪਾਸੇ 1 ਏਕੜ ਦੀ ਖੇਤੀ ਵਾਸਤੇ ਇੱਕ ਪਸ਼ੂ ਜਿਹੜਾ ਹੈ ਉਹ ਸਫੀਸ਼ੀਐਂਟ ਨਹੀਂ ਹੈ ਜੇ ਅਸੀਂ ਆਰਗੈਨਿਕ ਫਾਰਮਿੰਗ ਟੋਟਲ ਕਰੀਏ, ਤੇ ਇੰਨੇ ਸਾਡੇ ਕੋਲ ਪਸ਼ੂ ਹੈਗੇ ਨਹੀਂ, ਤੇ ਉਹ ਸਾਨੂੰ ਲੱਗਦਾ ਨਹੀਂ ਕਿ ਇਸ ਕਰਕੇ ਆਰਗੈਨਿਕ ਫਾਰਮਿੰਗ ਦੇ ਜਿਹੜੇ ਫੇਲਿਅਰ ਹੈ ਉਹਨਾਂ ਨੂੰ ਅਸੀਂ ਨੈਚੁਰਲ ਫਾਰਮਿੰਗ ਨਾਲ ਨਹੀਂ ਜੋੜ ਸਕਦੇ ਜੀ, ਆਪਸ ਵਿੱਚ ਕਲੱਬ ਨਹੀਂ ਹੋ ਸਕਦੇ ਜੀ। ਡਾਕਟਰ ਸਾਹਿਬ, ਜਿਹੜੀ ਸੋਇਲ ਆਰਗੈਨਿਕ ਕਾਰਬਨ ਦੀ ਤੁਸੀਂ ਗੱਲ ਕੀਤੀ ਆ ਵੀ ਅਸੀਂ ਉਹਦੀ ਪੂਰਤੀ ਵੀ ਕਰਨੀ ਆ ਜੀ, ਤੁਹਾਨੂੰ ਕੀ ਲੱਗਦਾ ਐਜ਼ ਏ ਮਾਹਿਰ ਕਿ ਜਿਹੜੀ ਸੋਇਲ ਆਰਗੈਨਿਕ ਕਾਰਬਨ ਆ ਉਹਦੀ ਪੂਰਤੀ ਕਰਨੀ ਕਿੰਨਾ ਕੁ ਆਸਾਨ ਹੈ? ਸੋਇਲ ਆਰਗੈਨਿਕ ਕਾਰਬਨ ਨੂੰ ਵਧਾਉਣਾ ਜਿਹੜਾ ਹੈ, ਮਤਲਬ ਉਹਨੂੰ 0.7% ਜਾਂ 0.8% ਤੇ ਲਿਜਾਣ ਵਾਸਤੇ ਜੀ ਜਿਹੜੇ ਸਾਡੇ ਆਰਗੈਨਿਕ ਫਾਰਮਿੰਗ ਪਿਛਲੇ 30 ਸਾਲਾਂ ਤੋਂ ਵੀ ਕਰ ਰਹੇ ਆ, ਜਿਹੜੇ ਉਹਦੇ ਵਿੱਚ ਆਛਾਦਨ ਜਿਹਨੂੰ ਅਸੀਂ ਕਹਿੰਦੇ ਆ ਜਾਂ ਮਲਚਿੰਗ ਨਹੀਂ ਕਰ ਰਹੇ ਪ੍ਰੋਪਰਲੀ, ਤੇ ਉਹਦੀ ਬੁਆਈ ਵੀ ਉਹਦਾ ਕੈਮੀਕਲ ਫਾਰਮਿੰਗ ਦੇ ਤਰੀਕੇ ਨਾਲ ਹੀ ਕਰ ਰਹੇ ਆ, ਸਮਰ ਪਲੋਇੰਗ ਵੀ ਹੋ ਰਹੀ ਹੈ, ਤੇ ਮਿੱਟੀ ਜਿਹੜੀ ਹੈ ਉਹ ਹੌਟ ਟੈਂਪਰੇਚਰ ਵਾਸਤੇ ਐਕਸਪੋਜ਼ ਵੀ ਹੋ ਰਹੀ ਹੈ। ਉੱਥੇ ਇੰਨੀ ਜਲਦੀ ਨਾਲ ਸੋਇਲ ਆਰਗੈਨਿਕ ਕਾਰਬਨ ਨਹੀਂ ਵਧ ਰਿਹਾ, ਕਈ ਜਗ੍ਹਾ 20-25 ਸਾਲ 'ਚ 0.2% ਹੀ ਵਧਿਆ, ਤੇ ਉਸ ਰਫਤਾਰ ਨਾਲ ਉਹ ਕਹਿੰਦੇ ਆ ਕਿ ਇਹ ਪੋਸੀਬਲ ਨਹੀਂ ਹੈ ਸਾਡੇ ਵਾਸਤੇ ਕਿ ਆਉਣ ਵਾਲੇ 50 ਸਾਲ 'ਚ ਵੀ ਅਸੀਂ 0.8% ਕਰ ਸਕੀਏ। ਪਰ ਜਦੋਂ ਅਸੀਂ ਪੂਰੇ ਨੈਚੁਰਲ ਫਾਰਮਿੰਗ ਦੇ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਹਾਂ, ਆਛਾਦਨ ਜਿਹਨੂੰ ਅਸੀਂ ਕਹਿੰਦੇ ਹਾਂ, ਮਲਚਿੰਗ, ਸਪੈਸ਼ਲੀ ਮਲਚਿੰਗ, ਤੇ ਅਸੀਂ ਟੈਂਪਰੇਚਰ ਨੂੰ ਐਕਸਪੋਜ਼ ਨਹੀਂ ਕਰਦੇ ਹਾਇਰ ਟੈਂਪਰੇਚਰ ਵਾਸਤੇ, ਤੇ ਇਹ 2-3 ਸਾਲ 'ਚ ਪੋਸੀਬਲ ਹੋ ਜਾਂਦਾ ਹੈ ਅਸੀਂ ਜੇ ਸਹੀ ਤਰੀਕੇ ਨਾਲ ਕਰੀਏ ਜੀ, ਤੇ ਸਾਡਾ ਆਰਗੈਨਿਕ ਕਾਰਬਨ ਬਣ ਜਾਂਦਾ ਹੈ।
ਕਾਫੀ ਤੇਜ਼ੀ ਨਾਲ ਵਧਦਾ। ਜੀ, ਸੋ ਡਾਕਟਰ ਸਾਹਿਬ ਜਿਹੜਾ ਤੁਹਾਡਾ ਅਦਾਰਾ ਹੈ ICAR ਅਟਾਰੀ, ਤੁਸੀਂ ਟੈਕਨੋਲੋਜੀ ਜਿਹੜੀ ਹੈ ਕਿਸਾਨਾਂ ਤੱਕ ਪਹੁੰਚਾ ਰਹੇ ਹੋ ਖੇਤੀਬਾੜੀ ਨਾਲ ਸੰਬੰਧਿਤ। ਮੇਰਾ ਸਵਾਲ ਇਹ ਹੈ ਵੀ ਜਿਹੜੀ ਇਹ ਨੈਚੁਰਲ ਫਾਰਮਿੰਗ ਦੀ ਟੈਕਨੋਲੋਜੀ ਹੈ ਜਾਂ ਇਹਨੂੰ ਪ੍ਰਮੋਟ ਕਰਨ ਦੇ ਢੰਗ ਤਰੀਕੇ ਨੇ, ਉਹ ਕਿਹੜੀਆਂ-ਕਿਹੜੀਆਂ ਫਸਲਾਂ ਤੇ ਕਾਮਯਾਬ ਨੇ ਜਾਂ ਹੁਣ ਤੱਕ ਲਾਗੂ ਹੋ ਚੁੱਕੇ ਨੇ? ਦੇਖੋ ਜੀ, ਜਿਹੜੇ ਕਿਸਾਨ ਅੱਜ ਤੱਕ ਕਰ ਰਹੇ ਆ, ਕੋਈ ਬੋਲਣ ਦੀ ਜ਼ਰੂਰਤ ਨਹੀਂ ਹੈ ਕਿ ਜਿਹੜੇ ਆਪਣੇ ਲੈਗਿਊਮਿਨਸ ਕ੍ਰੌਪਸ ਹੈ, ਦਾਲਾਂ ਹੈ ਜੀ, ਦਾਲਾਂ ਤੇ ਬਹੁਤ ਵਧੀਆ ਚੱਲ ਰਿਹਾ, ਗੰਨੇ ਤੇ ਬਹੁਤ ਵਧੀਆ ਚੱਲ ਰਿਹਾ, ਸਾਡਾ ਧਾਨ ਤੇ ਬਹੁਤ ਵਧੀਆ ਚੱਲ ਰਿਹਾ, ਕਣਕ ਤੇ ਵੈਰਾਈਟੀਆਂ ਦੀ ਆਇਡੈਂਟੀਫਿਕੇਸ਼ਨ ਚੱਲੀ ਹੋਈ ਹੈ ਤੇ ਕਈ ਵੈਰਾਈਟੀਆਂ 'ਚ ਵਧੀਆ ਚੱਲ ਰਿਹਾ, ਸਾਰੀਆਂ ਵੈਰਾਈਟੀਆਂ 'ਚ ਉਨਾ ਵਧੀਆ ਨਹੀਂ ਚੱਲ ਰਿਹਾ, ਪਰ ਕਈ ਜਿਹੜੀ ਬੰਸੀ ਵਗੈਰਾ ਜਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਵੈਰਾਈਟੀਆਂ ਸੀਗੀਆਂ ਉਹਨਾਂ ਤੇ ਬਹੁਤ ਵਧੀਆ ਚੱਲ ਰਿਹਾ ਤੇ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਤਰੀਕੇ ਨਾਲ ਇਹਦੇ ਤੇ ਰਿਸਰਚ ਹੋ ਰਹੀ ਹੈ ਜੀ ਤੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਬਹੁਤ ਵਧੀਆ ਚੱਲ ਰਿਹਾ। ਡਾਕਟਰ ਸਾਹਿਬ, ਆਮ ਤੌਰ ਤੇ ਗੱਲ ਹੁੰਦੀ ਆ ਵੀ ਪਰਾਲੀ ਪ੍ਰਬੰਧਨ ਦੀ, ਇਨ ਸਿਟੂ ਮੈਨੇਜਮੈਂਟ, ਇਹ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਂਦਾ? ਦੇਖੋ ਜੀ, ਜਿੱਦਾਂ ਅਸੀਂ ਕਹਿੰਦੇ ਆ ਕਿ ਆਰਗੈਨਿਕ ਫਾਰਮਿੰਗ ਔਰ ਨੈਚੁਰਲ ਫਾਰਮਿੰਗ ਥੋੜੇ ਅਲੱਗ-ਅਲੱਗ ਹੈ ਜੀ, ਪਰ ਜਿਹੜਾ ਕੰਜ਼ਰਵੇਸ਼ਨ ਐਗਰੀਕਲਚਰ ਜਿਹਨੂੰ ਅਸੀਂ ਕਹਿੰਦੇ ਆ ਜੀ, ਉਹ ਨੈਚੁਰਲ ਫਾਰਮਿੰਗ ਦਾ ਹਿੱਸਾ ਜੇ ਬਣ ਜਾਵੇ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦੇ, ਕਿਉਂਕਿ ਕੰਜ਼ਰਵੇਸ਼ਨ ਐਗਰੀਕਲਚਰ 'ਚ ਅਸੀਂ ਸਿਰਫ ਕੈਮੀਕਲ ਨਹੀਂ ਯੂਜ਼ ਕਰਨੇ। ਕੰਜ਼ਰਵੇਸ਼ਨ ਐਗਰੀਕਲਚਰ 'ਚ ਜਦੋਂ ਹੈਪੀ ਸੀਡਰ ਨਾਲ ਅਸੀਂ ਉਹ ਕਰਤਾ, ਇੱਕ ਵਾਰ ਬੁਆਈ ਕਰਤੀ, ਪਾਣੀ ਪੂਣੀ ਪੈ ਗਿਆ, ਜਾਂ ਜਦੋਂ ਸ਼ੁਰੂ 'ਚ ਮੰਨ ਲਓ ਕਿ ਮਲਚ ਮਟੀਰੀਅਲ ਜ਼ਿਆਦਾ ਹੈ ਤੇ ਉਹ ਕਈ ਵਾਰ ਫਸਲ ਪੀਲੀ ਪੈਂਦੀ ਹੈ ਤੇ ਉਹਨੂੰ ਅਸੀਂ ਨਾਈਟ੍ਰੋਜਨ ਦੀ ਰਿਕੁਆਇਰਮੈਂਟ ਅਸੀਂ ਯੂਰੀਆ ਦੇ ਥਰੂ ਦਿੰਦੇ ਆ ਤੇ ਇੱਥੇ ਯੂਰੀਆ ਦਾ ਥਰੂ ਨਾ ਦੇ ਕੇ ਅਸੀਂ ਲੈਗਿਊਮਿਨਸ ਪਲਾਂਟਸ ਜਿਹੜੇ ਲਾ ਕੇ ਜਾਂ ਫਿਰ ਸੋਇਲ ਦੇ ਅੰਦਰ ਜਿਹੜਾ ਫ੍ਰੀ ਬੈਕਟੀਰੀਆ ਹੈ ਨਾਈਟ੍ਰੋਜਨ ਫਿਕਸਿੰਗ ਵਾਲਾ, ਉਹਨੂੰ ਉਹਦੀ ਮਿਕਦਾਰ ਨੂੰ ਵਧਾ ਕੇ ਚਲੀਏ ਤੇ ਇਹਦੇ ਤਾਂ ਬਹੁਤ ਹੀ ਵਧੀਆ ਰਿਜ਼ਲਟ ਹੈ। ਔਰ ਮੇਰਾ ਖਿਆਲ ਹੈ ਕਿ ਜਿਹੜੀ ਪਰਾਲੀ ਪ੍ਰਬੰਧਨ ਹੈ ਉਹ ਨੈਚੁਰਲ ਫਾਰਮਿੰਗ 'ਚ ਆਪਣੇ ਆਪ ਹੀ ਜਿਹੜਾ ਨੈਚੁਰਲ ਫਾਰਮਿੰਗ ਆ, ਇਹ ਕੰਜ਼ਰਵੇਸ਼ਨ ਐਗਰੀਕਲਚਰ ਨੂੰ ਸਪੋਰਟ ਕਰਦਾ ਆਪਸ ਵਿੱਚ? ਬਿਲਕੁਲ, ਇੱਕ ਦੂਜੇ ਨੂੰ ਬਹੁਤ ਸਪੋਰਟ ਕਰਦੇ ਆ। ਇਨਫੈਕਟ ਕਿ ਜਿਹੜਾ ਕੰਜ਼ਰਵੇਸ਼ਨ ਐਗਰੀਕਲਚਰ ਹੈ, ਜੇ ਅਸੀਂ ਉਹਨੂੰ ਕਰੀਏ ਨਾਲ ਨੈਚੁਰਲ ਫਾਰਮਿੰਗ ਦੇ ਤਾਂ ਰਿਜ਼ਲਟ ਸਾਡੇ ਬਹੁਤ ਹੀ ਵਧੀਆ ਆਉਣਗੇ, ਇੱਕ ਦੂਜੇ ਨੂੰ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਆ। ਤੁਹਾਡਾ ਜੋ ਸੈਂਟਰ ਹੈ ICAR, ਤੁਸੀਂ ਟੈਕਨੋਲੋਜੀ ਕਿਸਾਨਾਂ ਤੱਕ ਪਹੁੰਚਾ ਰਹੇ ਹੋ ਜੀ, ਉਹਦੇ ਢੰਗ ਤਰੀਕੇ ਕੀ ਨੇ ਤੇ ਜਿਹੜੀ ਟੈਕਨੋਲੋਜੀ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ KVK ਦੇ ਰਾਹੀਂ, ਉਹਦੇ ਲਈ ਕੀ ਉਪਰਾਲੇ ਨੇ? ਦੇਖੋ ਜੀ, ਨੈਚੁਰਲ ਫਾਰਮਿੰਗ ਦੀ ਅੱਜ ਗੱਲ ਹੋ ਰਹੀ ਹੈ, ਵੈਸੇ ਤਾਂ ਅਸੀਂ ਟੈਕਨੋਲੋਜੀਜ਼ ਬਹੁਤ ਸਾਰੀਆਂ KVK ਦੇ ਥਰੂ ਜਿਹੜਾ ਕਿਸਾਨਾਂ ਨੂੰ ਪਹੁੰਚਾਉਂਦੇ ਹਾਂ। ਅੱਜ ਅਸੀਂ ਨੈਚੁਰਲ ਫਾਰਮਿੰਗ 'ਤੇ ਗੱਲ ਕਰਦੇ ਹਾਂ। ਇੱਕ ਸਾਡੀ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੈ ਆਊਟਸਕੇਲਿੰਗ ਨੈਚੁਰਲ ਫਾਰਮਿੰਗ ਥਰੂ KVKs, ਥਰੂ ਕ੍ਰਿਸ਼ੀ ਵਿਗਿਆਨ ਕੇਂਦਰਾਂ। ਇਹ 425 ਜ਼ਿਲ੍ਹਿਆਂ 'ਚ ਜੀ, ਦੇਸ਼ ਦੇ 425 ਜ਼ਿਲ੍ਹਿਆਂ 'ਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਤੇ ਸਾਡੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਤੇ ਜੰਮੂ ਕਸ਼ਮੀਰ, ਇਹ ਜਿਹੜੇ 5 ਚਾਹੇ ਪ੍ਰਦੇਸ਼ ਹੋ ਗਏ ਜਾਂ ਯੂਨੀਅਨ ਟੈਰੀਟਰੀਜ਼ ਹੋ ਗਈਆਂ, ਇਹ ਸਾਡੇ ਜੂਰਿਸਡਿਕਸ਼ਨ ਦੇ ਅੰਦਰ ਆਉਂਦੀਆਂ, ਜਿਹੜਾ ਅਟਾਰੀ ਲੁਧਿਆਣਾ ਹੈ। ਤੇ ਇਹਦੇ ਵਿੱਚ ਅਸੀਂ 42 KVKs ਜਿਹੜੇ ਹੈ ਉਹਨਾਂ 'ਚ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ, ਆਪਣੀ ਨੈਚੁਰਲ ਫਾਰਮਿੰਗ ਨੂੰ। ਇਹਨੂੰ ਅਸੀਂ ਪ੍ਰਮੋਟ ਕਰਨ ਦੀ ਜਿਹੜੀ ਹੈ, ਕਿਉਂਕਿ ਸਾਨੂੰ ਸਭ ਤੋਂ ਪਹਿਲਾ ਕੰਮ ਤਾਂ ਇਹ ਕਰਨਾ ਪੈ ਰਿਹਾ ਕਿ ਜਿਹੜੇ ਸਾਇੰਟਿਸਟ ਜਾਂ ਜਿਹੜੇ ਉੱਥੇ KVK ਦੇ ਸਬਜੈਕਟ ਮੈਟਰ ਸਪੈਸ਼ਲਿਸਟ ਹੈ ਉਹਨਾਂ ਨੂੰ ਟ੍ਰੇਨਡ ਕਰੀਏ, ਕਿਉਂਕਿ ਉਹ ਨੈਚੁਰਲ ਫਾਰਮਿੰਗ ਉਹ ਆਪਣੇ ਆਪ ਨਹੀਂ ਜਾਣਦੇ ਤੇ ਉਹਨਾਂ ਨੂੰ ਜਦੋਂ ਅਸੀਂ ਟ੍ਰੇਨਿੰਗਸ ਦੇ ਥਰੂ ਜਾਂ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਕਰਕੇ ਉਹਨਾਂ ਨੂੰ ਇਸ ਕਨਸੈਪਟ ਨੂੰ ਅਸੀਂ ਸਮਝਾ ਲਿਆ, ਹੁਣ ਉਹ ਅੱਗੇ ਕਿਸਾਨਾਂ ਨੂੰ ਸਮਝਾ ਰਹੇ ਆ। ਟ੍ਰੇਨਿੰਗਸ ਦੇ ਥਰੂ ਡੈਮੋਸਟ੍ਰੇਸ਼ਨਸ ਲੱਗ ਰਹੀਆਂ ਤੇ ਫਾਰਮਰ ਦੀ ਐਕਸਪੋਜ਼ਰ ਵਿਜ਼ਿਟਸ ਕਰਵਾਈਆਂ ਜਾ ਰਹੀਆਂ, ਚਾਹੇ ਉਹ ਅਲੱਗ-ਅਲੱਗ ਦੇਸ਼ ਦੇ ਐਕਸਲੈਂਟ ਸੈਂਟਰ ਹੈਗੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਹੈ, ਜਿੱਦਾਂ ਕੁਰੂਕਸ਼ੇਤਰ ਹੈ, ਉੱਥੇ ਕੰਮ ਹੋਇਆ। ਡਾਕਟਰ YS ਪਰਮਾਰ ਯੂਨੀਵਰਸਿਟੀ ਸੋਲਨ ਹੈ, ਉੱਥੇ ਵੀ ਕਾਫੀ ਚੰਗਾ ਕੰਮ ਹੋਇਆ ਜੀ ਤੇ ਉੱਥੇ ਜਾ ਕੇ ਉਹਨਾਂ ਦੀ ਐਕਸਪੋਜ਼ਰ ਵਿਜ਼ਿਟਸ ਕਰਵਾਈਆਂ ਜਾ ਰਹੀਆਂ ਤੇ ਹੌਲੀ ਮੋਮੈਂਟਮ ਬਣ ਰਿਹਾ ਇਸ ਵੱਲ। ਡਾਕਟਰ ਸਾਹਿਬ, ਇਹ ਬਹੁਤ ਹੀ ਵਧੀਆ ਜਾਣਕਾਰੀ ਨੈਚੁਰਲ ਫਾਰਮਿੰਗ ਦੇ ਲਈ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਮੈਂ ਉਮੀਦ ਕਰਦਾ ਕਿਸਾਨ ਵੀਰ ਇਸ ਜਾਣਕਾਰੀ ਤੋਂ ਫਾਇਦਾ ਉਠਾਉਣਗੇ ਔਰ ਥੋੜ੍ਹੇ ਜਿਹੇ ਰਕਬੇ ਤੋਂ ਜਿਹੜੀ ਆ ਉਹ ਕੁਦਰਤੀ ਖੇਤੀ ਦੀ ਸ਼ੁਰੂਆਤ ਜ਼ਰੂਰ ਕਰਨਗੇ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।